ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ ਤੀਜਾ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਵੀ ਇੰਨਾ ਪ੍ਰਾਣੀ ਵਿਵੇਕ ਬੁੱਧ ਵਾਲਾ ਨਹੀਂ, ਇੰਨਾ ਸਿਆਣਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਪਾਤਸ਼ਾਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਹਨਾਂ ਬੋਲ ਸਕਦਾ ਹੈ, ਉਹਨਾਂ ਸੁਣ ਸਕਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕਰਕੇ ਲੋਕਾਈ ਦੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮਿਹਰ ਕੀਤੀ ਹੈ ਜਗਤ ਉੱਤੇ। ਵਰਖਾ ਵਰਤਾਈ ਹੈ ਅੰਮ੍ਰਿਤ ਦੀ, ਸੁੱਖਾਂ ਦਾ ਖਜ਼ਾਨਾ, ਮਿਹਰ ਅੰਮ੍ਰਿਤ ਰੂਪੀ ਸਾਗਰ, ਜਿਹੜਾ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੇ ਲਈ ਸਮਰੱਥ ਹੈ। ਗਿਆਨ ਇੰਨਾ ਜ਼ਿਆਦਾ ਹੈ ਕਿ ਇਨਸਾਨ ਸੰਸਾਰੀ ਸਧਾਰਨ ਜੀਵਨ ਬਤੀਤ ਕਰਦਾ ਹੋਇਆ, ਆਪਣੇ ਜੀਵਨ ਦੇ ਵਿੱਚ ਰਹਿੰਦਾ ਹੋਇਆ ਮੋਕਸ਼ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਸੱਚੇ ਪਾਤਸ਼ਾਹ ਨੇ 24,000 ਅੱਖਰ, 24 ਅਸ਼ਟਪਦੀਆਂ, 3 ਘੰਟਿਆਂ ਦਾ ਇੱਕ ਪਹਿਰ, 8 ਪਹਿਰ ਜਾਣੀ 8 ਪਦ ਇੱਕ ਅਸ਼ਟਪਦੀ ਦੇ। ਦੂਸਰੇ ਪਾਸੇ ਪ੍ਰਾਣੀ 24 ਘੰਟਿਆਂ ਦੇ ਵਿੱਚ 24,000 ਸਵਾਸ, ਦਿਨ ਰਾਤ ਦੀ ਕਿਰਿਆ, 3 ਘੰਟਿਆਂ ਦਾ ਇੱਕ ਪਹਿਰ, ਇੱਕ ਨਾਸ਼ਵਾਨ ਪ੍ਰਾਣੀ ਨੂੰ ਅਕਾਲ ਦੇ ਨਾਲ ਜੋੜਨ ਦੀ ਸੱਚੇ ਪਾਤਸ਼ਾਹ ਨੇ ਵਿਧੀ ਸਮਝਾਈ ਹੈ, ਬੜੇ ਸੌਖੇ ਤਰੀਕੇ ਦੇ ਨਾਲ ਕਿ ਪ੍ਰਾਣੀ ਤੂੰ ਕਿਰਪਾ ਉੱਤੇ ਸਾਜਿਆ ਗਿਆ ਹੈ, ਕਿਰਪਾ ਉੱਤੇ ਤੂੰ ਵਸ ਰਿਹਾ ਹੈ, ਉਹਦੀ ਮਿਹਰ ਦੇ ਨਾਲ ਹੀ ਤੂੰ ਇਹ ਜਿਹੜਾ ਚੱਕਰ ਹੈ ਇਹਦੇ ਵਿੱਚੋਂ ਬਰੀ ਹੋ ਸਕਦਾ ਹੈ। ਤੈਨੂੰ ਉਹਦਾ ਸ਼ੁਕਰਾਨਾ, ਤੈਨੂੰ ਉਹਦਾ ਨਾਂ ਜਪਣਾ ਇੱਕ ਕਰਤੱਵਿਆ ਸਮਝ ਕੇ ਕਰਨਾ ਚਾਹੀਦਾ ਹੈ, ਜਪਣਾ ਚਾਹੀਦਾ ਹੈ, ਜਿਹੜਾ ਕਿ ਤੂੰ ਭੁੱਲ ਗਿਆ। ਮਾਇਆ ਦੀ ਲਪਟ ਦੇ ਵਿੱਚ ਆ ਕੇ ਭਰਮਾਇਆ ਗਿਆ। ਸੱਚੇ ਪਾਤਸ਼ਾਹ ਨੇ 3 ਮੁੱਖ ਵਿਸ਼ੇ ਸੁਖਮਣੀ ਸਾਹਿਬ ਦੇ ਵਿੱਚ ਚੁਣੇ ਹਨ। ਪਹਿਲਾ, ਪ੍ਰਭੂ ਦੀ ਮਹਿਮਾ, ਸੱਚੇ ਪਾਤਸ਼ਾਹ ਦੀ ਉਸਤਤ, ਕਿੰਨਾ ਬਲਵਾਨ, ਕਿੰਨਾ ਮਿਹਰਬਾਨ, ਕਿੰਨਾ ਬਰਾਟ, ਕਿੰਨਾ ਦਿਆਲੂ, ਕਿੰਨਾ ਕਿਰਪਾਲੂ ਹੈ ਦਾਤਾ। ਸੱਚੇ ਪਾਤਸ਼ਾਹ ਅਕਾਲ ਦੀ ਸਿਫਤ ਜਦੋਂ ਕਰਦੇ ਹੈ ਇੰਨੀ ਮਿਠਾਸ ਨਾਲ ਕਰ ਰਹੇ ਹੈ ਕਿ ਇਨਸਾਨ ਨੂੰ ਰਾਹਤ ਮਹਿਸੂਸ ਹੁੰਦੀ ਹੈ। ਬਾਣੀ ਪੜ੍ਹ ਕੇ ਤੇ ਸੁਣ ਕੇ ਇੱਕ ਝਰਨਾਹਟ ਸੁੱਖ ਦੀ ਮਹਿਸੂਸ ਹੁੰਦੀ ਹੈ। ਸੱਚੇ ਪਾਤਸ਼ਾਹ ਨੇ ਦੂਸਰਾ ਵਿਸ਼ਾ ਚੁਣਿਆ ਪ੍ਰਭੂ ਦੇ ਸੇਵਕਾਂ ਦਾ, ਪ੍ਰਭੂ ਦੇ ਗੁਲਾਮਾਂ ਦਾ, ਪ੍ਰਭੂ ਦੇ ਦਾਸਾਂ ਦਾ, ਸੇਵਕਾਂ ਦਾ, ਜਨਾਂ ਦਾ, ਨੀਵਿਆਂ ਦਾ, ਨਿਤਾਣਿਆਂ ਦਾ, ਜਿਨ੍ਹਾਂ ਨੇ ਉਹਦੀ ਕਿਰਪਾ ਦੇ ਨਾਲ ਉਹਨੂੰ ਪਾ ਲਿਆ।
ਤੇ ਉਹਦਾ ਹੀ ਰੂਪ ਬਣ ਗਏ। ਉਹਦਾ ਸੰਗ ਕਰਦੇ ਕਰਦੇ, ਉਹਦੇ ਨਾਲ ਰਹਿੰਦੇ ਰਹਿੰਦੇ ਆਪਣੇ ਆਪ ਨੂੰ ਭੁੱਲ ਗਏ ਤੇ ਉਹਦਾ ਹੀ ਰੂਪ ਧਾਰਨ ਕਰ ਲਿਆ। ਉਹਦੀ ਕਿਰਪਾ ਇੰਨੀ ਹੋ ਗਈ ਕਿ ਜਿਸ ਤਰ੍ਹਾਂ ਉਹ ਬਖਸ਼ੰਦ ਹੈ, ਉਸੇ ਤਰ੍ਹਾਂ ਉਹਦੇ ਪਿਆਰੇ ਵੀ ਬਖਸ਼ੰਦ ਬਣ ਗਏ। ਜਿਸ ਤਰ੍ਹਾਂ ਉਹ ਲਕਾਈ ਨੂੰ ਤਾਰਦਾ ਹੈ, ਉਸ ਤਰ੍ਹਾਂ ਪਿਆਰੇ ਵੀ ਤਾਰਦੇ ਹਨ। ਸੇਵਕ। ਤੀਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਉਹਨਾਂ ਹੰਕਾਰੀਆਂ, ਨਿੰਦਕਾਂ, ਚੋਰਾਂ, ਹਰਾਮ ਖੋਰਾਂ ਦਾ ਚੁਣਿਆ ਹੈ, ਜਿਹੜੇ ਹਰ ਗੱਲ ਨਾ ਪੱਖੀ, ਗਰੀਬਾਂ ਨੂੰ ਜਲੀਲ ਕਰਨਾ, ਧੱਕਾ ਕਰਨਾ, ਹਮੇਸ਼ਾ ਚਲਾਕੀ ਦੇ ਆਸਰੇ ਦੂਸਰਿਆਂ ਨੂੰ ਦਬਾਉਣਾ, ਉਹਨਾਂ ਬਾਰੇ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਬਣਦਾ ਠਿਕਾਣਾ ਦਰਸਾਇਆ ਹੈ। ਨਿੰਦਕਾਂ ਦਾ, ਦੋਖੀਆਂ ਦਾ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਉਹਨਾਂ ਉੱਤੇ ਵੀ ਕੀਤੀ ਹੈ ਕਿ ਜੇ ਉਹ ਮਿਲਿਆਂ ਨੂੰ ਮਿਲ ਲੈਣ, ਜਿਨ੍ਹਾਂ ਉੱਤੇ ਦਾਤਾ ਟੁੱਟ ਗਿਆ, ਉਹ ਵੀ ਤਰ ਸਕਦੇ ਹਨ, ਉਹ ਵੀ ਉਹਦੇ ਪਿਆਰੇ ਬਣ ਸਕਦੇ ਹਨ। ਸਿਰਫ ਉਹਨਾਂ ਨੂੰ ਬੂਝਣ ਦੀ ਲੋੜ ਹੈ ਵਿਵੇਕਤਾ ਦੇ ਨਾਲ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ। ਅਸ਼ਟਪਦੀ 17ਵੀਂ ਤੇ ਪਦ 3। ਇੱਥੇ ਸੱਚੇ ਪਾਤਸ਼ਾਹ ਠਾਕਰ ਤੇ ਸੇਵਕ ਦੋਨਾਂ ਦੀ ਗੱਲ ਕਰ ਰਹੇ ਹਨ। ਠਾਕਰ ਪਰਮਾਤਮਾ, ਸੇਵਕ ਭਗਤੀ ਕਰਨ ਵਾਲਾ ਭਗਤ ਜਨ। ਅਟੁੱਟ ਰਿਸ਼ਤਾ ਹੈ ਦੋਨਾਂ ਦਾ। ਸੇਵਕ ਨੂੰ ਠਾਕਰ ਨੇ ਠਾਕਰ ਬਣਾ ਲਿਆ। ਸੇਵਕ ਨੇ ਇੰਨੀ ਆਰਾਧਨਾ ਕੀਤੀ ਕਿ ਆਪਣਾ ਆਪ ਭੁੱਲ ਗਿਆ, ਆਪਣਾ ਆਪ ਵਾਰ ਦਿੱਤਾ, ਕੁਰਬਾਨ ਕਰ ਦਿੱਤਾ। ਸੋਹਣੀ ਤੇ ਮਨਮੋਹਣੀ ਮਾਇਆ ਦਾ ਸੰਗ ਛੱਡ ਕੇ ਪ੍ਰੀਤਮ ਦਾ ਸੰਗ ਕਰ ਲਿਆ। ਵਫਾਦਾਰ ਬਣ ਗਿਆ, ਓਬੀਡੀਐਂਟ ਬਣ ਗਿਆ, ਉਹਦਾ ਪਾਲਣ ਕਰਦਾ ਹੁਕਮ ਦਾ, ਹਮੇਸ਼ਾ ਉਹਦਾ ਭਲਾ ਸਵੀਕਾਰ ਕਰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਠਾਕਰ ਕਾ ਸੇਵਕ ਆਗਿਆਕਾਰੀ। ਗੁਰੂ ਪਿਆਰਿਓ, ਇਨਸਾਨ ਕਿਸੇ ਦੀ ਆਗਿਆ ਉਦੋਂ ਮੰਨਦਾ ਹੈ ਜਦੋਂ ਆਪਣਾ ਹੰਕਾਰ ਢੇਰੀ ਕਰ ਦੇਵੇ। ਅਸੀਂ ਦੁਨਿਆਵੀ ਨੌਕਰ ਤੇ ਮਾਲਕ ਦਾ ਰਿਸ਼ਤਾ ਦੇਖਦੇ ਹਾਂ। ਸਾਲਾਂ ਬੱਧੀ ਅਰਦਲੀ ਜੱਜ ਦੀ ਕਚਹਿਰੀ ਅੱਗੇ ਪਹਿਰਾ ਦਿੰਦਾ ਹੈ, ਪਰ ਅਖੀਰ ਦੇ ਵਿੱਚ ਜਾ ਕੇ ਤੰਗ ਆ ਜਾਂਦਾ ਹੈ। ਨੌਕਰ ਮਾਲਕ ਦੇ ਦਰਵਾਜ਼ੇ ਉੱਤੇ ਖਲੋਦਾ ਹੈ। ਸਮਾਂ ਆ ਜਾਂਦਾ ਹੈ ਕਿ ਆਗਿਆ ਤੋਂ ਮੁੱਕਰ ਜਾਂਦਾ ਹੈ, ਆਪਣੀ ਮਰਜ਼ੀ ਕਰਨ ਲੱਗ ਜਾਂਦਾ ਹੈ। ਦੁਨੀਆ ਦੇ ਵਿੱਚ ਤਬਦੀਲੀ ਯਕੀਨੀ ਆਉਂਦੀ ਰਹਿੰਦੀ ਹੈ। ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ, ਉਹ ਦਰਅਸਲ ਲੋੜਾਂ ਨਾਲ ਬੰਨ੍ਹਿਆ ਹੋਇਆ ਇੱਕ ਰਿਸ਼ਤਾ ਹੈ, ਕਾਂਟਰੈਕਟ ਹੈ। ਆਮ ਤੌਰ ਉੱਤੇ ਪ੍ਰਾਣੀ ਇਸ ਗੱਲ ਦਾ ਭੁਲੇਖਾ ਖਾ ਜਾਂਦਾ ਹੈ ਕਿ ਕਾਂਟਰੈਕਟ ਨੂੰ ਪਿਆਰ ਸਮਝ ਬੈਠਦਾ ਹੈ, ਜਦੋਂ ਕਿ ਕਾਂਟਰੈਕਟ ਹੈ। ਇਹੀ ਕਾਰਨ ਹੈ ਪੱਛਮ ਦੇ ਵਿੱਚ
ਜਾਂ ਹੁਣ ਈਸਟ ਦੇ ਵਿੱਚ ਵੀ, ਹੁਣ ਤਾਂ ਸਾਰੇ ਹੀ ਇਹੀ ਹਾਲ ਹੈ, ਬੜੇ ਭਾਵਕ ਹੋ ਕੇ ਰਿਸ਼ਤੇ ਬਣਾਏ ਜਾਂਦੇ ਹਨ, ਵੱਡੀਆਂ ਵੱਡੀਆਂ ਸੌਹਾਂ ਖਾਧੀਆਂ ਜਾਂਦੀਆਂ ਹਨ, ਮਰ ਮਿਟਣ ਦੇ ਦਾਅਵੇ ਵੀ ਕੀਤੇ ਜਾਂਦੇ ਹਨ। ਸਮਾਂ ਥੋੜ੍ਹਾ ਹੀ ਲੰਘਦਾ ਹੈ, ਮਸਾਂ 3-4 ਸਾਲ, ਰਿਸ਼ਤਾ ਟੁੱਟ ਜਾਂਦਾ ਹੈ, ਫੇਰ ਬਣਾਇਆ ਜਾਂਦਾ ਹੈ, ਫੇਰ ਟੁੱਟ ਜਾਂਦਾ ਹੈ। ਇਸ ਤਰ੍ਹਾਂ ਦਾ ਆਗਿਆਕਾਰੀ, ਇਸ ਤਰ੍ਹਾਂ ਦਾ ਸੇਵਕ, ਇਸ ਤਰ੍ਹਾਂ ਦਾ ਠਾਕਰ ਇਸ ਦੁਨੀਆ ਦੇ ਵਿੱਚ ਲੋੜਾਂ ਦਾ ਬੱਧਿਆ ਹੋਇਆ ਸਮਝੌਤਾ ਕਰਦਾ ਹੈ, ਪਰ ਪ੍ਰਭੂ ਦਾ ਪਿਆਰ ਇੱਕ ਵਾਰ ਲੱਗ ਗਿਆ ਫਿਰ ਕਦੇ ਵੀ ਟੁੱਟਦਾ ਨਹੀਂ ਹੈ। ਸੱਚੇ ਪਾਤਸ਼ਾਹ ਉਸ ਸੇਵਕ ਦੀ ਗੱਲ ਕਰਦੇ ਹਨ ਜਿਹੜੇ ਆਪਣੇ ਆਪ ਨੂੰ ਪਰਵਾਨੇ ਬਣਾ ਕੇ ਸ਼ਮਾ ਉੱਤੇ ਸੜ ਜਾਂਦੇ ਹਨ, ਮਰ ਜਾਂਦੇ ਹਨ, ਮੁੱਕ ਜਾਂਦੇ ਹਨ। ਆਪਣੇ ਸਰੀਰ ਦੇ ਉੱਤੇ ਰੂਲ ਲਪੇਟੀ ਹੋਈ ਆਪਣੇ ਆਪ ਨੂੰ ਸੜਦਾ ਵੇਖ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ, ਆਰਿਆਂ ਦੇ ਨਾਲ ਚਰਾਏ ਜਾਂਦੇ ਹਨ, ਸਿਰਾਂ ਉੱਤੋਂ ਖੋਪੜੀਆਂ ਉਹਦਾ ਨਾਮ ਸਿਮਰਨ ਕਰਦੇ ਕਰਦੇ ਲਹਾ ਲੈਂਦੇ ਹਨ, ਬੰਦ ਬੰਦ ਕਟਵਾ ਲੈਂਦੇ ਹਨ। ਇਹ ਆਗਿਆਕਾਰੀ ਦੀ ਨਿਸ਼ਾਨੀ ਹੈ, ਸੇਵਕ ਦੀ ਨਿਸ਼ਾਨੀ ਹੈ। ਠਾਕਰ ਕਾ ਸੇਵਕ ਆਗਿਆਕਾਰੀ, ਗੋਲਾ ਗੁਲਾਮ ਤਾਬੇਦਾਰ ਹੈ। ਠਾਕਰ ਕਾ ਸੇਵਕ ਸਦਾ ਪੁਜਾਰੀ, ਪੂਜਣ ਵਾਲਾ ਅੰਧ ਵਿਸ਼ਵਾਸ ਨਾਲ। ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਪੂਜਾ ਨੂੰ ਵਰਜਿਆ ਹੈ। ਸਮਝ ਜਿੰਨੀ ਵੀ ਹੈ ਵਾਹਿਗੁਰੂ ਨੇ ਦਿੱਤੀ ਹੈ, ਬਹੁਤੀ ਥੋੜ੍ਹੀ ਯਕੀਨਨ ਹੀ ਵਰਤਣੀ ਚਾਹੀਦੀ ਹੈ। ਜਦੋਂ ਬਾਣੀ ਪੜ੍ਹਦੀ ਹੈ ਜਾਂ ਸੁਣਦੇ ਹਾਂ, ਉਹਦਾ ਭਾਵ ਸਮਝਣ ਦੀ ਅਤਿ ਜ਼ਰੂਰਤ ਹੈ। ਪੱਥਰ ਦੀ ਤਰ੍ਹਾਂ ਪੂਜਾ ਕਰਨਾ ਆਪ ਧੋਖੇ ਦੇ ਵਿੱਚ ਰਹਿਣਾ ਹੈ। ਭਾਵਨਾ, ਇਸ਼ਟ, ਸਿਦਕ ਦੇ ਨਾਲ ਕਿਸੇ ਨੂੰ ਦਿਲ ਦੇ ਵਿੱਚ ਰੱਖਣਾ, ਉਹਦਾ ਸੰਗ ਮਾਨਣਾ, ਅਸਲੀ ਪੂਜਾ ਇਹੀ ਹੈ। ਠਾਕਰ ਕਾ ਸੇਵਕ ਸਦਾ ਪੁਜਾਰੀ, ਹਮੇਸ਼ਾ ਹੀ ਦਿਲ ਦੇ ਅੰਦਰ ਪੂਜਦਾ ਹੈ ਆਪਣੇ ਪ੍ਰੀਤਮ ਪਿਆਰੇ ਨੂੰ। ਸੇਵਕ ਉਸ ਦਾ ਉਪਾਸ਼ਕ ਹੈ, ਹਮੇਸ਼ਾ ਦੇ ਲਈ ਸਦੀਵੀ ਹੀ ਸਾਹਿਬ ਦਾ ਗੋਲਾ ਗੁਲਾਮ। ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਕੈ ਮਨ ਪ੍ਰਤੀਤ। ਗੁਰੂ ਪਿਆਰਿਓ, ਇਸ ਯੁੱਗ ਦੇ ਵਿੱਚ 21ਵੀਂ ਸਦੀ ਦੇ ਵਿੱਚ ਕਿਸੇ ਦਾ ਭਰੋਸਾ ਜਿੱਤਣਾ ਬੜਾ ਔਖਾ ਹੈ। ਅੱਜ ਮਿੱਤਰ ਕੱਲ੍ਹ ਨੂੰ ਦੁਸ਼ਮਣ। ਜ਼ਿਆਦਾਤਰ ਦੁਨੀਆ ਦੇ ਵਿੱਚ ਦੁਸ਼ਮਣ ਉਹੀ ਬਣਦੇ ਹਨ ਜਿਹੜੇ ਪਹਿਲਾਂ ਮਿੱਤਰ ਹੋਣ। ਮਿੱਤਰਾਂ ਤੋਂ ਦੁਸ਼ਮਣ, ਕਿਉਂਕਿ ਮਨ ਦੀ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ। ਜਦੋਂ ਲੋੜ ਹੈ ਤਾਂ ਭਰੋਸਾ ਹੈ, ਜਦੋਂ ਲੋੜ ਖਤਮ ਹੋ ਗਈ ਪ੍ਰਤੀਤ ਮੁੱਕ ਗਈ। ਪ੍ਰਭੂ ਤੇ ਭਗਤ ਦਾ ਰਿਸ਼ਤਾ ਸਦੀਵੀ ਹੈ, ਦਰਾੜ ਨਹੀਂ ਆਉਂਦੀ, ਕਿਉਂਕਿ ਉੱਥੇ ਲੋੜ ਮੁੱਕ ਜਾਂਦੀ ਹੈ, ਲੋੜ ਖਤਮ ਹੋ ਜਾਂਦੀ ਹੈ। ਸੇਵਕ ਨੂੰ ਸਿਰਫ ਤੇ ਸਿਰਫ ਪ੍ਰਭੂ ਹੀ ਨਜ਼ਰ ਆਉਂਦਾ ਹੈ।
ਸਾਰੇ ਕੁਝ ਨੂੰ ਛੱਡ ਦਿੰਦਾ ਹੈ, ਤਿਆਗ ਦਿੰਦਾ ਹੈ। ਠਾਕਰ ਕੇ ਸੇਵਕ ਕੈ ਮਨ ਪ੍ਰਤੀਤ, ਉਹਦੇ ਚਿੱਤ ਦੇ ਵਿੱਚ ਭਰੋਸਾ ਹੈ, ਯਕੀਨ ਹੈ। ਠਾਕਰ ਕੇ ਸੇਵਕ ਕੀ ਨਿਰਮਲ ਰੀਤ। ਗੁਰੂ ਪਿਆਰਿਓ, ਸਾਡੇ ਜੀਵਨ ਦੀ ਰੀਤ ਸਵੇਰੇ ਉੱਠਣਾ, ਇਸ਼ਨਾਨ ਆਦਿ ਕਰਨਾ, ਆਪਣੇ ਆਪਣੇ ਤਰੀਕੇ ਨਾਲ ਪ੍ਰਭੂ ਨੂੰ ਸਿਮਰਨਾ, ਫਿਰ ਕੁਝ ਨਾ ਕੁਝ ਖਾਣਾ ਤੇ ਫਿਰ ਆਪਣੇ ਧੰਦੇ ਦੇ ਵਿੱਚ ਲੱਗ ਜਾਣਾ। ਇਹ ਇੱਕ ਰੀਤ ਹੈ ਸੰਸਾਰੀ ਦੀ। ਕੋਈ ਅਕਾਊਂਟੈਂਟ ਹੋਵੇ, ਇੰਜੀਨੀਅਰ ਹੋਵੇ, ਡਾਕਟਰ ਹੋਵੇ, ਉਹਨਾਂ ਦੀ ਸੈੱਟ ਰੀਤ ਹੈ। ਕਿਸ ਤਰ੍ਹਾਂ ਉਹਨਾਂ ਨੇ 24 ਘੰਟੇ ਦੇ ਵਿੱਚ ਕੰਮ ਕਰਨਾ ਹੈ, ਉਹ ਆਪਣੀ ਰੌ ਰੀਤ ਬਣਾ ਲੈਂਦੇ ਹਨ। ਪ੍ਰਭੂ ਦਾ ਪਿਆਰਾ ਇੱਕ ਵਾਰ ਜੁੜ ਗਿਆ ਤਾਂ ਹਮੇਸ਼ਾ ਦੇ ਲਈ ਹਰ ਸਵਾਸ ਨਾਲ ਆਪਣੇ ਆਪ ਨੂੰ ਇਸ ਧਰਤੀ ਉੱਤੇ ਆਰਜੀ ਸਮਝਦਾ ਹੋਇਆ ਆਪ ਦਾ ਮੂਲ ਦਰਸ਼ਕ ਬਣ ਜਾਂਦਾ ਹੈ। ਆਪਣੇ ਆਪ ਨੂੰ ਦੇਖਦਾ ਰਹਿੰਦਾ ਹੈ, ਉਸ ਰਿਸ਼ਤੇ ਨੂੰ ਵੀ ਜਿਹੜਾ ਪ੍ਰਭੂ ਨਾਲ ਜੁੜਿਆ ਹੈ। ਨਿਰਮਲ ਰੀਤ ਬਣ ਜਾਂਦੀ ਹੈ ਉਹਦੇ ਰਿਸ਼ਤੇ ਦੀ। ਇੱਕ ਠਾਕਰ ਹੈ, ਇੱਕ ਸੇਵਕ ਹੈ, ਵਿਚਕਾਰ ਜਿਹੜੀ ਖਾਲੀ ਥਾਂ ਹੈ ਉਹ ਨਿਰਮਲ ਰੀਤ ਹੈ। ਰਿਸ਼ਤਾ ਹੈ ਦੋਨਾਂ ਦਾ। ਤਿੰਨਾਂ ਦੇ ਵਿੱਚ ਸੰਸਾਰ ਵੰਡਿਆ ਹੋਇਆ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਅਧਿਆਤਮਿਕਤਾ ਹੈ। ਵਿਗਿਆਨਕਤਾ ਵੀ ਇਹੀ ਕਹਿੰਦੀ ਹੈ ਕਿ ਇੱਕ ਜ਼ਰਾ ਤਿੰਨ ਤਰੀਕਿਆਂ ਦੇ ਨਾਲ ਟੁੱਟਦਾ ਹੈ: ਨਿਊਟਰਨ, ਪੋਜ਼ਿਟਰੋਨ ਐਂਡ ਇਲੈਕਟ੍ਰੋਨ। ਪ੍ਰਭੂ ਦਾ ਭਗਤ ਜਦੋਂ ਉਹਦੀ ਸਾਧਨਾ ਕਰਦਾ ਹੈ ਤਾਂ ਪ੍ਰਭੂ ਤੇ ਭਗਤ ਦੇ ਵਿੱਚ ਇੱਕ ਰਿਸ਼ਤਾ ਬਣਦਾ ਹੈ। ਜਿਹੜਾ ਭਗਤ ਨੂੰ ਨਜ਼ਰ ਆਉਂਦਾ ਹੈ, ਹੌਲੀ ਹੌਲੀ ਉਹ ਰਿਸ਼ਤਾ ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਠਾਕਰ ਤੇ ਸੇਵਕ, ਫਿਰ ਇਕੱਲਾ ਸੇਵਕ ਜਾਂ ਠਾਕਰ ਹੀ ਬਚਦਾ ਹੈ। ਦੋਨੇ ਚਲੇ ਜਾਂਦੇ ਹਨ ਤੇ ਇੱਕ ਦੀ ਉਤਪਤੀ ਹੁੰਦੀ ਹੈ। ਹਮੇਸ਼ਾ ਹੀ ਸੇਵਕ ਠਾਕਰ ਦੇ ਵਿੱਚ ਸਮੋ ਜਾਂਦਾ ਹੈ। ਤਿੰਨਾਂ ਤੋਂ ਇੱਕ ਬਣ ਕੇ ਹਮੇਸ਼ਾ ਦੇ ਲਈ ਅਮਰ ਹੋ ਜਾਂਦਾ ਹੈ। ਪਰ ਇਹ ਸੁਭਾਵਕ ਹੈ ਨਿਰਮਲ ਰੀਤ ਨਾਲ ਹੀ। ਪਵਿੱਤਰ ਹੁੰਦੀ ਹੈ ਉਹ ਰੀਤ ਜੀਵਨ ਦੇ ਵਿੱਚ ਜਿਹੜੀ ਪ੍ਰਭੂ ਦੀ ਤੇ ਉਹਦੇ ਗੁਲਾਮ ਦੀ ਹੈ। ਠਾਕਰ ਕੋ ਸੇਵਕ ਜਾਣੈ ਸੰਗ। ਗੁਰੂ ਪਿਆਰਿਓ, ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ। ਕੋਈ ਛੋਟੇ ਤੋਂ ਛੋਟਾ ਜਾਨਵਰ, ਕੋਈ ਇਨਸੈਕਟ, ਕੋਈ ਵੱਡੇ ਤੋਂ ਵੱਡਾ ਪਸ਼ੂ, ਸਾਰਿਆਂ ਦੇ ਵਿੱਚ ਉਹ ਬੈਠਾ ਸਾਖਸ਼ਾਤ ਹੈ। ਇੱਕੋ ਹੀ ਹੈ। ਹਮੇਸ਼ਾ ਹਮੇਸ਼ਾ ਦੇ ਲਈ ਘੱਟ ਘੱਟ ਦੀ ਜਾਣਨ ਵਾਲਾ ਹੈ। ਸੰਗ ਦੇ ਵਿੱਚ ਰਹਿੰਦਾ ਹੈ, ਆਪਣੇ ਪਿਆਰਿਆਂ ਦੇ ਦਿਲਾਂ ਦੇ ਵਿੱਚ ਵਸਦਾ ਹੈ। ਪਰ ਜ਼ਿਆਦਾਤਰ ਇਹ ਮਹਿਸੂਸ ਨਹੀਂ ਹੁੰਦਾ ਸੇਵਕ ਨੂੰ। ਜਦੋਂ ਉਹ ਕਿਰਪਾ ਕਰਦਾ ਹੈ ਫਿਰ ਇਹ ਪਰਦਾ ਚੁੱਕਿਆ ਜਾਂਦਾ ਹੈ। ਫਿਰ ਸੇਵਕ ਨੂੰ ਇੱਕ ਛਿੰਨ ਦੇ ਨਾਲ, ਇੱਕ ਅੱਖ ਦੇ ਝਮਕੇ ਦੇ ਨਾਲ ਇੰਨਾ ਗਿਆਤ ਹੋ ਜਾਂਦਾ ਹੈ ਕਿ ਮੈਂ ਕਿੰਨੀ ਦੇਰ ਦਾ
ਕਿੰਨਾ ਜੁਗਾਂ ਜਗਾਂਤਰਾਂ ਤੋਂ ਪ੍ਰਭੂ ਦੇ ਨਾਲ ਹੀ ਰਹਿ ਰਿਹਾ ਸਾਂ, ਪਤਾ ਹੀ ਨਹੀਂ ਚੱਲਿਆ। ਪ੍ਰਭ ਕਾ ਸੇਵਕ ਨਾਮ ਕੈ ਰੰਗ। ਗੁਰੂ ਪਿਆਰਿਓ, ਮਾਇਆ ਦੇ ਰੰਗ, ਹੰਕਾਰ ਦੇ ਰੰਗ, ਧਨ ਦੇ ਰੰਗ, ਗਿਆਨ ਦੇ ਰੰਗ, ਧਿਆਨ ਦੇ ਰੰਗ, ਜਿੱਥੇ ਜਿੱਥੇ ਵੀ ਮਾਇਆ ਪ੍ਰਧਾਨ ਹੈ ਉੱਥੇ ਆਪਣਾ ਰੰਗ ਰੰਗ ਦਿੰਦੀ ਹੈ। ਪਰ ਜਿਹੜੇ ਥੋੜ੍ਹੇ ਨਿਕਲ ਜਾਂਦੇ ਹਨ, ਮਾਇਆ ਦੇ ਚੱਕਰ ਦੇ ਵਿੱਚੋਂ ਬਾਹਰ ਚਲੇ ਜਾਂਦੇ ਹਨ, ਉਹਨਾਂ ਨੂੰ ਇੱਕ ਅਬੱਲਾ ਰੰਗ ਚੜ੍ਹਦਾ ਹੈ। ਉਹ ਦੁਨੀਆ ਤੋਂ ਭਿੰਨ ਹੋ ਜਾਂਦੇ ਹਨ। ਦੁਨੀਆ ਉਹਨਾਂ ਨੂੰ ਸਮਝ ਨਹੀਂ ਸਕਦੀ। ਜੇ ਸਮਝ ਲਿਆ ਜਾਂਦਾ ਹੁੰਦਾ ਤਾਂ ਸਕਰਾਤ ਨੂੰ ਕੋਈ ਜ਼ਹਿਰ ਨਾ ਪਿਲਾਉਂਦਾ, ਨਾ ਹੀ ਜੀਸਸ ਕ੍ਰਾਈਸਟ ਨੂੰ ਸੂਲੀ ਉੱਤੇ ਟੰਗਿਆ ਜਾਂਦਾ। ਕੋਈ ਭੁੱਲ ਕੇ ਵੀ ਨਾ ਸੋਚਦਾ ਕਿ ਮਠਾਸ ਦੇ ਪੁੰਜ, ਨਿਮਰਤਾ ਦੇ ਸਾਗਰ, ਧੰਨ ਧੰਨ ਗੁਰੂ ਅਰਜਨ ਦੇਵ ਜੀ ਤੱਤੀ ਲੋਹ ਦੇ ਉੱਤੇ ਬੈਠਣ। ਜੇ ਦੁਨੀਆ ਨੂੰ ਸਮਝ ਆ ਜਾਂਦੀ ਤਾਂ ਗੁਰੂ ਨਾਨਕ ਨੂੰ ਭੂਤਨਾ ਤੇ ਬਾਤਾਲਾ ਨਾ ਕਹਿੰਦੇ। ਸਮਝ ਨਹੀਂ ਆਉਂਦੀ। ਬਿਰਲੇ ਬਿਰਲੇ ਨੂੰ ਪ੍ਰਭੂ ਦਾ ਰੰਗ ਚੜ੍ਹਦਾ ਹੈ। ਉਹਨਾਂ ਪਿਆਰੇ ਸੇਵਕਾਂ ਨੂੰ ਪ੍ਰਭ ਕਾ ਸੇਵਕ ਨਾਮ ਕੈ ਰੰਗ ਰੰਗਿਆ ਜਾਂਦਾ ਹੈ, ਮਤਵਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮਸਜਿਦ ਦੇ ਵਿੱਚ ਆਉਂਦਾ ਹੈ ਜਿਵੇਂ ਕਾਲੀ ਘਟਾ ਨੂੰ ਦੇਖ ਕੇ ਮੋਰ ਨੱਚਦਾ ਹੈ। ਸੇਵਕ ਕੋ ਪ੍ਰਭ ਪਾਲਣਹਾਰਾ। ਦਾਸ ਦਾ ਸੁਆਮੀ ਜ਼ਿੰਮੇਵਾਰ ਹੈ, ਮਾਲਕ ਦੀ ਜ਼ਿੰਮੇਵਾਰੀ ਹੈ, ਰਿਸਪੌਂਸਿਬਿਲਟੀ ਹੈ। ਬੇਸ਼ੱਕ ਉਹ ਸਾਰਿਆਂ ਨੂੰ ਪਾਲਦਾ ਹੈ। ਜਿਹੜੇ ਉਹਦੀ ਭਗਤੀ ਨਹੀਂ ਵੀ ਕਰਦੇ, ਉਹਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਲੈ ਰੱਖੀ ਹੈ, ਕਿਉਂਕਿ ਉਹ ਕਿਰਪਾ ਦਾ ਸਰੋਵਰ ਹੈ। ਉਹ ਹਰ ਕਿਸੇ ਨੂੰ ਦਿੰਦਾ ਹੀ ਹੈ, ਲੈਂਦਾ ਕਦੇ ਵੀ ਨਹੀਂ। ਇਹ ਵੱਖਰੀ ਗੱਲ ਹੈ ਕਿ ਲੈਣੇ ਵਾਲੇ ਥੱਕ ਜਾਂਦੇ ਹਨ, ਦੇਣੇ ਵਾਲਾ ਕਦੇ ਥੱਕਦਾ ਹੀ ਨਹੀਂ। ਸੇਵਕ ਕੀ ਰਾਖੇ ਨਿਰੰਕਾਰਾ। ਨੌਕਰ ਦਾਸ ਹਮੇਸ਼ਾ ਆਸਰੇ ਉੱਤੇ ਜਿਉਂਦਾ ਹੈ। ਉਹਦੀ ਇੱਜ਼ਤ ਆਬਰੂ ਦਾ ਜ਼ਿੰਮੇਵਾਰ ਪਰਮੇਸ਼ਰ ਆਪ ਹੈ। ਦਿਖਦਾ ਨਹੀਂ ਕਿਉਂਕਿ ਉਹਦਾ ਕੋਈ ਆਕਾਰ ਨਹੀਂ ਹੈ। ਰਹਿਤ ਹੈ ਸਰੀਰ ਤੋਂ, ਕੋਈ ਉਹਦਾ ਰੰਗ ਵੀ ਨਹੀਂ ਹੈ। ਸਾਰੇ ਰੰਗਾਂ ਨੂੰ ਬਣਾਉਣ ਵਾਲਾ ਕਲਰਲੈਸ ਹੈ। ਸੁਣਿਆ ਵੀ ਨਹੀਂ ਜਾ ਸਕਦਾ, ਦੇਖਿਆ ਵੀ ਨਹੀਂ ਜਾ ਸਕਦਾ। ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਆਪਣੇ ਗਰੀਬ ਭਗਤਾਂ ਦੀ ਰੱਖਦਾ ਹੈ। ਉਸੇ ਤਰ੍ਹਾਂ ਜਿਵੇਂ ਭਰੀ ਪਰਾਂ ਦੇ ਵਿੱਚ ਦ੍ਰੋਪਦੀ ਦੀ ਲੱਜਾ ਰੱਖੀ, ਭਰੀ ਪਰਾਂ ਦੇ ਵਿੱਚ ਨਾਮਦੇਵ ਦੀ ਸਹਾਇਤਾ ਕੀਤੀ। ਹੰਕਾਰੀ ਬਾਪ ਦਾ ਹੰਕਾਰ ਤੋੜਨ ਦੇ ਲਈ ਪ੍ਰਹਲਾਦ ਨੂੰ ਬਚਾਇਆ, ਹਮੇਸ਼ਾ ਹੀ ਰੱਖਿਆ ਹੈ। ਉਹਨੇ ਆਪਣੇ ਭਗਤਾਂ ਨੂੰ ਹਮੇਸ਼ਾ ਹੀ ਬਚਾਇਆ ਹੈ। ਸੇਵਕ ਕੀ ਰਾਖੇ ਨਿਰੰਕਾਰਾ।
ਸੋ ਸੇਵਕ ਜਿਸ ਦਿਆ ਪ੍ਰਭ ਧਾਰੇ। ਸੇਵਕ ਦੀ ਸ਼ਕਤੀ, ਸੇਵਕ ਦੀ ਭਗਤੀ ਸਾਰੀ ਦੀ ਸਾਰੀ ਪ੍ਰਭੂ ਦੀ ਮਿਹਰ ਹੈ, ਪ੍ਰਭੂ ਦੀ ਰਹਿਮਤ ਹੈ। ਜੀਂਦਾ ਹੀ ਉਹ ਪ੍ਰਭੂ ਦੀ ਮਿਹਰ ਨਾਲ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਪਾਣੀ ਤੇ ਮਛਲੀ ਇੱਕ ਦੂਸਰੇ ਦੇ ਪਿਆਰੇ ਹਨ। ਮਛਲੀ ਜੀਂਦੀ ਹੀ ਪਾਣੀ ਕਰਕੇ ਹੈ। ਭਗਤ ਜੀਂਦਾ ਹੀ, ਸੇਵਕ ਜੀਂਦਾ ਹੀ ਪ੍ਰਭੂ ਦੇ ਸਹਾਰੇ ਕਰਕੇ ਹੈ। ਹਮੇਸ਼ਾ ਹੀ ਦਇਆ ਦਿੰਦਾ ਹੈ ਦਾਤਾ, ਆਪਣੇ ਨੌਕਰ ਉੱਤੇ ਮਿਹਰ ਕਰਦਾ ਹੈ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ। ਜਿਹਦੇ ਉੱਤੇ ਪ੍ਰੀਤਮ ਪਿਆਰਾ ਕਿਰਪਾ ਕਰਦਾ ਹੈ, ਉਹ ਦਿਆਲ ਹੋ ਕੇ ਉਹਨੂੰ ਬਖਸ਼ਦਾ ਹੈ, ਹਮੇਸ਼ਾ ਹੀ ਮਿਹਰ ਰੱਖਦਾ ਹੈ। ਉਹ ਨੌਕਰ ਬਹੁਤ ਬਹੁਤ ਉੱਤਮ ਹੈ। ਨਾਨਕ ਸੋ ਸੇਵਕ ਸਾਸ ਸਾਸ ਸਮਾਰੇ। ਉਹ ਨੌਕਰ, ਉਹ ਗੋਲਾ ਆਪਣੇ ਸਵਾਸਾਂ ਨੂੰ ਸਫਲ ਕਰਦਾ ਹੈ। ਹਰ ਪਲ ਹਰ ਛਿਨ ਵਾਹਿਗੁਰੂ 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 ਕਰਦਾ ਹੈ। ਪਰਮੇਸ਼ਰ ਪਿਆਰਾ ਉਹਨੂੰ ਹੋਰ ਤੇ ਹੋਰ ਵਧੀਆ ਕਰਦਾ ਹੈ। ਸੇਵਕ ਆਪਣੇ ਇੱਕ ਇੱਕ ਸਵਾਸ ਨੂੰ ਸਫਲਾ ਬਣਾਉਂਦਾ ਹੋਇਆ ਪ੍ਰਭੂ ਦਾ ਸ਼ੁਕਰਾਨਾ ਕਰੀ ਹੀ ਜਾਂਦਾ ਹੈ, ਕਰੀ ਹੀ ਜਾਂਦਾ ਹੈ। ਇਹ ਰਿਸ਼ਤਾ ਅਟੱਲ ਹੈ। ਗੁਰੂ ਪਿਆਰਿਓ, ਆਪਾਂ ਇੱਕ ਵੇਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕਾ ਸੇਵਕ ਆਗਿਆਕਾਰੀ। obedient like a soldier in army, always standing, putting his eyes on the border, performing his duty under discipline. Same way, Lord's sevak servant learn the discipline 24 hours. He is ever obedient to the Lord. ठाकर का सेवक सदा पुजारी. Sevak is not ignorant. Sevak is wise. He always think about the name, reality and truth. He never believe in lies. He never get angry. And he knows that only one male, real male is God. So he always worship him, always give himself to the feet of Vaheguru. ठाकर के सेवक कै मन प्रतीत. He got faith. He got loyalty. He is 100% bended towards the Lord because he got wisdom. He got trust. All the trust for Lord within his mind. ठाकर के सेवक की निर्मल रीत, pure from all the purity. Pure is the relationship between ठाकर and sevak, master and slave. That is the true relationship. That is called nirmal reet. Always pure is the way of life of Lord's slave. ठाकर को सेवक जाने संग. Understanding comes.
with the divine grace of a Lord, and that is definitely servant knows about it, but he never boasts upon on anybody that he got very close relationship with God. Now he can do anything. That thinking is gone. That feeling is gone. There is a normal divine relationship, and now servant knows that God prevails in his system. ठाकर को सेवक जाने संग. Servant understand the presence of Lord, which Lord always give presence to his beloved ones. प्रभ का सेवक नाम कै रंग. The servant of Lord is colored with the name, is colored with ego-less nectar, 100% dedicated, loyal for Lord. And now he is colored of name, God's grace and mercy. सेवक को प्रभ पालनहारा. God is raising to the servant. Servant accept him. His mission is to remember him all the time. And God is helping him to create race and help him on his responsibilities. सेवक की राखे निरंकारा. No form, no shape, no size, no color, but he still is a protection. He is still a shield for the name reciter. Always protect him, never let him fall in the dirtiness of the world. He always take care of like soldier standing on the border. So सेवक जिस दया प्रभ धारे. The person who is blessed by God, he is the real servant. Unto him Lord shows mercy. He is a great, great servant because he accepts the mercy, grace of Lord. In reality, he became like him. Nanak se sevak saas saas samare. That servant remembers the Lord with every breath, and he is curing his life, and he is also helping the other people to recite Lord's name. That is always a relation, never breaks up. ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਠਾਕਰ ਤੇ ਸੇਵਕ ਦੇ ਰਿਸ਼ਤੇ ਦੀ ਗੂੜ੍ਹੀ ਗੰਢ ਸਾਨੂੰ ਸਮਝਾਈ ਹੈ ਕਿ ਜੇ ਤੂੰ ਸੇਵਕ ਬਣਨਾ ਹੈ ਤਾਂ ਕਿੰਤੂ ਪਰੰਤੂ ਬਾਹਰ ਕੱਢ ਕੇ ਸੁੱਟ ਦੇ. ਆਰਗੂਮੈਂਟ ਕਾਹਦਾ? ਇੱਕ ਗੁਲਾਮ ਕੀ ਬੋਲ ਸਕਦਾ ਹੈ? ਸਲਾਹ ਕੀ ਦੇ ਸਕਦਾ ਹੈ? ਗੁਲਾਮ ਨੂੰ ਗੁਲਾਮ ਬਣ ਕੇ ਹੀ ਰਹਿਣਾ ਆਗਿਆ ਮੰਨਣ ਦੇ ਵਿੱਚ ਭਲਾ ਹੈ. And always worship Lord. Always remember him. Like a slave,
like दास like जन, ठाकर के सेवक के मन प्रतीत, build the code, build the habit between God and human, and that gives happiness forever, because habit of mind changed, mind understood something new that's not easily available on the streets. Only few in this world, in this universe, can find the way. ठाकर को सेवक जाने संग. The servant always knows where Thakur's body is going. No matter where the body go, but he stays inside of the servant and help him. Always help the servant. प्रभ का सेवक नाम के रंग. He is colored in the nectar of Lord. He is now of course different. सेवक को प्रभ पालन हारा. एका माई जुगत ब्याई, तिन चेले परवान, एक संसारी एक भंडारी एक लाए दीवान. अपने आप सिस्टम परफेक्ट तरीके नाल चल रहा है. कोई जन्म लै रहा है, कोई आखिरी श्वास लै रहा है. निरंतर स्वै सैल्फ तरीके नाल सिस्टम चल रहा है. प्रभु हर एक उत्ते दयालु है, कृपालु है. बदला लैण दी ओहदी कोई इच्छा नहीं है, ना ही वो किसी का नुकसान करता है. जिन्ना भी करता है फायदा ही करता है. Whenever he is happy, he definitely blesses the saints and color them in his own color. And he is always cherisher, raiser of the dedicated student. He never expect anything from them. His palan poshan is free. Nothing to gain out of them. सेवक की राखे निरंकारा. The bodiless, the egoless, the nameless, the formless, the colorless. All the lesses of the world unite one time and ask the definition of God. No clear answer, no straight answer. May, if, maybe, guessing, estimating. But here Guru Nanak says, एक ओंकार सतनाम करता पुरख निरभाव निरवैर अकाल मूर्त अजूनी सैभान गुर प्रसाद जप. Because he is the raiser of the humanity and he is the protector, even though he don't have no shape, no size, no symbol. So सेवक जिस दया प्रभ धारे. The real servant is the one who finally get the grace of the Lord. Day and night. Now he successfully crossed the river of ego. So सेवक जिस दया प्रभ धारै, नानक सो सेवक सास सास समारे. The real servant, the real Sikh, is the person who gave himself out and put himself in front of Lord. And Lord accept those persons. Not very hard test. God always with you. You try and God give.
always make you pass. We will start ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ name reciting on each line of ਸੁਖਮਨੀ ਸਾਹਿਬ ਪਦ। ਇੱਕ ਲਾਈਨ ਲੈ ਕੇ ਉਹਦਾ ਅਭਿਆਸ ਕਰਨਾ ਸ਼ੁਰੂ ਕੀਤਾ ਜਾਵੇ ਵਿਚਾਰ ਦੇ ਨਾਲ। ਸੇਵਕ ਕੋ ਪ੍ਰਭ ਪਾਲਣਹਾਰਾ, that is the line. He always take care of the servant. सेवक की राखे निरंकारा, always save the servant. सो सेवक जिस दया प्रभ धारे, real सेवक where God is merciful on. नानक सो सेवक सास सास समारे. He crossed the river of Maya, of ego. Now he successfully made his life beyond death, beyond birth. Always name of Lord on his tongue and sit in the lap of Lord. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।